ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸਿੱਧਾਂ ਨੇ ਬੇਨਤੀ ਕੀਤੀ ਕਿ ਕਿਰਪਾ ਕਰਕੇ ਸਮਝਾਓ, ਇਨਸਾਨ ਸੰਸਾਰ ਦੇ ਜਿਹੜੇ ਜੀਵ ਨੇ, ਜਿਹੜੇ ਧਰਮ ਦਾ ਪੱਖ ਲੈ ਕੇ ਚੱਲਦੇ ਨੇ, ਉਸ ਪਰਮਾਤਮਾ ਦੀ ਸਿਫਤ ਸਲਾਹ ਵਡਿਆਈ ਜਪ ਤਪ ਕਰਦੇ ਨੇ, ਕੀ ਸਿਫਤ ਕਰਨ ਦੇ ਨਾਲ ਉਸ ਮਾਲਕ ਦੇ ਅੰਤ ਨੂੰ ਪਾ ਲੈਂਦੇ ਹਨ ਕਿ ਨਹੀਂ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਆਪਾਂ ਨੂੰ, ਸਾਲਾਹੀ ਸਲਾਹੇ ਇਤੀ ਸੁਰਤ ਨਾ ਪਾਈਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀਐ। ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਉਹਦੇ ਅੰਤ ਨੂੰ ਨਹੀਂ ਪਾ ਸਕਦੇ। ਸਿਰਫ ਉਸ ਦੀ ਵਡਿਆਈ ਕਰਕੇ, ਸੇਵਾ ਸਿਮਰਨ ਕਰਕੇ, ਉਸ ਮਾਲਿਕ ਦੇ ਵਿੱਚ ਅਭੇਦ ਹੋ ਕੇ ਉਹਦੀ ਗੋਦ 'ਚ ਬੈਠ ਕੇ ਉਹਦੀ ਗੋਦ ਦਾ ਆਨੰਦ ਮਾਣ ਸਕਦੇ ਆ, ਪਰ ਉਸ ਦੇ ਅੰਤ ਨੂੰ ਨਹੀਂ ਪਾ ਸਕਦੇ। ਬ੍ਰਹਮ ਦੇ ਅੰਦਰ ਲੀਨ ਹੋ ਕੇ ਬ੍ਰਹਮ ਦੇ ਆਨੰਦ ਨੂੰ ਲੈ ਸਕਦੇ ਆ, ਪਰ ਉਸ ਦਾ ਅੰਤ ਨਹੀਂ ਪਾ ਸਕਦੇ। ਅੱਗੇ ਹੁਣ ਉਦਾਹਰਣ ਦੇ ਕੇ ਸਮਝਾ ਰਹੇ ਆ, ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣੀ ਹੈ। ਜਿਵੇਂ ਬਾਹਰ ਦ੍ਰਿਸ਼ਟਮਾਨ ਦੇ ਅੰਦਰ ਆਪਾਂ ਵੇਖਦੇ ਹਾਂ, ਇੱਕ ਸਮੁੰਦਰ ਹੈ, ਬਹੁਤ ਸਾਰੀਆਂ ਨਦੀਆਂ ਨਾਲਿਆਂ ਦਾ ਪਾਣੀ ਉਹ ਸਮੁੰਦਰ ਦੇ ਅੰਦਰ ਜਾ ਕੇ ਮਿਲ ਜਾਂਦਾ। ਹੁਣ ਉਹ ਜਿਹੜਾ ਪਾਣੀ ਹੈ ਨਦੀਆਂ ਨਾਲਿਆਂ ਦਾ, ਉਹ ਨਦੀਆਂ ਨਾਲੇ ਸਮੁੰਦਰ ਦਾ ਅੰਤ ਨਹੀਂ ਪਾ ਸਕਦੇ। ਉਹ ਸਿਰਫ ਉਸ ਸਮੁੰਦਰ ਦੇ ਅੰਦਰ ਅਭੇਦ ਹੋ ਕੇ ਉਹਦਾ ਰੂਪ ਹੋ ਜਾਂਦੇ ਆ। ਇਸੇ ਤਰ੍ਹਾਂ ਜਿਵੇਂ ਨਦੀਆਂ ਨੇ, ਨਾਲੇ ਨੇ, ਵੱਡੇ ਛੋਟੇ ਧਰਮੀ ਪੁਰਸ਼ ਨੇ, ਮਹਾਤਮਾ ਲੋਕ ਨੇ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਨੇ, ਉਹ ਉਸ ਮਾਲਿਕ ਦੇ ਸਿਫਤ ਸਲਾਹ ਕਰਕੇ ਜੇ ਭਾਗ ਚੰਗੇ ਹੋਣ ਤਾਂ ਉਹਦੇ 'ਚ ਅਭੇਦ ਹੋ ਸਕਦੇ ਆ, ਪਰ ਉਹਦਾ ਅੰਤ ਨਹੀਂ ਪਾ ਸਕਦੇ। ਫਿਰ ਉਹਨਾਂ ਨੇ ਪੁੱਛਿਆ, ਕਹਿੰਦੇ ਇੱਕ ਵਾਰ ਉਸ ਪਰਮਾਤਮਾ 'ਚ ਲੀਨ ਹੋਣ ਤੋਂ ਬਾਅਦ ਕੀ ਉਹ ਫਿਰ ਵੱਖ ਹੁੰਦੇ ਨੇ? ਪਾਤਸ਼ਾਹ ਕਹਿੰਦੇ ਐਸਾ ਨਹੀਂ ਹੋ ਸਕਦਾ। ਸਮੁੰਦਰ ਦੇ ਅੰਦਰ ਨਦੀਆਂ ਦਾ ਪਾਣੀ ਮਿਲਣ ਤੋਂ ਬਾਅਦ ਵੱਖ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜੇ ਬੰਦਗੀ ਕਰਨ ਵਾਲੇ ਲੋਕ ਨੇ, ਉਹ ਜਦੋਂ ਬ੍ਰਹਮ ਦੇ ਅੰਦਰ ਲੀਨ ਹੋ ਜਾਂਦੇ ਆ, ਉਹ ਵੱਖ ਨਹੀਂ ਹੋਣਾ ਚਾਹੁੰਦੇ। ਹਾਂ, ਪਰਮਾਤਮਾ ਚਾਹੇ ਉਹਨਾਂ ਦੀ ਕੋਈ ਡਿਊਟੀ ਲਾ ਕੇ ਆਹ ਸੰਸਾਰ ਦੇ ਭਲੇ ਵਾਸਤੇ ਸੰਸਾਰ ਦੇ ਅੰਦਰ ਭੇਜ ਸਕਦੇ ਆ। ਜਿਸ ਤਰ੍ਹਾਂ ਆਪਾਂ ਕਲਗੀਧਰ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਸਾਡਾ ਦਿਲ ਨਹੀਂ ਸੀ ਕਰਦਾ ਸੰਸਾਰ 'ਚ ਆਉਣ ਨੂੰ, ਚਿਤਨਾ ਭਰਿਓ ਹਮਰੋ ਆਬਨ ਕਹੈ, ਚੁਭੀ ਰਹੇ ਸੁਰਤ ਪ੍ਰਭ ਚਰਨਨ ਮੈਂ। ਪਰ ਫਿਰ ਵੀ ਮਾਲਕ ਨੇ ਹੁਕਮ ਕੀਤਾ, ਆਹ ਸੰਸਾਰ 'ਚ ਆਉਣ ਨੂੰ ਸਾਡਾ ਮਨ ਨਹੀਂ ਸੀ ਕਰਦਾ। ਪਰਮਾਤਮਾ ਨੇ ਸਾਡੀ ਡਿਊਟੀ ਲਾਈ, ਆਪਣਾ ਪੁੱਤਰ ਬਣਾ ਕੇ ਸਾਨੂੰ ਭੇਜਿਆ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਇਸੇ ਤਰ੍ਹਾਂ ਜਿਹੜੇ ਫਿਰ ਮਾਲਕ ਦੇ ਅੰਦਰ ਅਭੇਦ ਹੋਏ ਜੀਵ ਨੇ, ਜੇ ਪਰਮੇਸ਼ਰ ਚਾਹੇ ਤਾਂ ਉਹ ਉਹਨਾਂ ਜੀਵਾਂ ਨੂੰ ਸੰਸਾਰ ਦੇ ਭਲੇ ਵਾਸਤੇ ਭੇਜ ਸਕਦਾ। ਜਾਂ ਬਾਹਰ ਮੁਖ ਦੇਖਣਾ ਹੋਵੇ ਤਾਂ ਸਮੁੰਦਰ ਜਦੋਂ ਚਾਹੇ ਥੋੜੇ ਬਹੁਤੇ ਪਾਣੀ ਨੂੰ ਆਪਣੇ ਤੋਂ ਵੱਖ ਕਰ ਦਿੰਦਾ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ ਕਿ ਉਹਨਾਂ ਨੇ ਫਿਰ ਬੇਨਤੀ ਕੀਤੀ, ਕਹਿੰਦੇ ਜੀ ਕਿੰਨਾ ਕੁ ਚਿਰ ਮਾਲਕ ਪਰਮਾਤਮਾ ਦੀ ਇਨਸਾਨ ਨੂੰ ਸਿਫਤ ਕਰਨੀ ਚਾਹੀਦੀ ਆ, ਬੰਦਗੀ ਕਰਨੀ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਜਿੰਨਾ ਚਿਰ
ਸਾਲਾਹੀ ਸਲਾਹੀ ਇਤੀ ਸੁਰਤ ਨਾ ਪਾਈ ਹੈ। ਜਿੰਨਾ ਚਿਰ ਸਾਡੀ ਸੁਰਤ ਉਸ ਪਰਮਾਤਮਾ ਦੇ ਅੰਦਰ ਲੀਨ ਨਹੀਂ ਹੋ ਜਾਂਦੀ, ਉਨਾ ਚਿਰ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਬਣਦੀ ਆਪਾਂ ਨੂੰ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਜਿੰਨਾ ਚਿਰ ਸਾਡੇ ਸਵਾਸ ਚੱਲਦੇ ਆ, ਉਨਾ ਚਿਰ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ ਸਾਨੂੰ ਉਸ ਮਾਲਿਕ ਦੀ ਸੇਵਾ ਔਰ ਸਿਮਰਨ ਕਰਨ ਦਾ ਹੁਕਮ ਕੀਤਾ ਗਿਆ। ਉਹ ਕਹਿੰਦੇ ਜੀ ਫਿਰ ਨਿਸ਼ਾਨੀ ਕੀ ਆ? ਜਦੋਂ ਇਨਸਾਨ ਬ੍ਰਹਮ ਦੇ ਅੰਦਰ ਲੀਨ ਹੋ ਜਾਂਦਾ, ਅਭੇਦ ਹੋ ਜਾਂਦਾ, ਉਹਨਾਂ ਨੇ ਫਿਰ ਬਾਹਰੀ ਉਦਾਹਰਣ ਦੇ ਕੇ ਸਮਝਾਇਆ। ਕਹਿੰਦੇ ਜਿੰਨਾ ਚਿਰ ਨਦੀਆਂ ਨਾਲਿਆਂ 'ਚ ਪਾਣੀ ਵਗਦਾ ਉਹ ਆਵਾਜ਼ ਕਰਦਾ, ਖੜਕਾ ਕਰਦਾ। ਜਦੋਂ ਸਮੁੰਦਰ 'ਚ ਅਭੇਦ ਹੋ ਜਾਂਦਾ ਉਹ ਸ਼ਾਂਤ ਹੋ ਜਾਂਦਾ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਦੇ ਮੂਲ ਦੇ ਨਾਲੋਂ ਦੂਰ ਹਾਂ, ਟੁੱਟੇ ਹੋਏ ਹਾਂ, ਉਨਾ ਚਿਰ ਸਾਡੇ ਮਨ ਦੇ ਅੰਦਰ ਵੀ ਕਲਪਨਾ, ਵਿਚਾਰਾਂ ਦਾ ਸ਼ੋਰ ਸ਼ਰਾਬਾ, ਇੰਨਾ ਅਸੀਂ ਉਸ ਮਾਲਿਕ ਦੇ ਨਾਮ ਨੂੰ, ਸ਼ਬਦ ਨੂੰ, ਨਾਦ ਨੂੰ, ਅਨਹਦ ਬਾਣੀ ਨੂੰ ਸੁਣਦੇ ਨਹੀਂ, ਜਿੰਨਾ ਚਿਰ ਸਾਡਾ ਮਨ ਉਹ ਤੋਂ ਵੱਖ ਹੈ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਘਚੋਲਾ। ਉਨਾ ਚਿਰ ਇਨਸਾਨ ਕਲਪਦਾ ਉਸ ਮਾਲਿਕ ਦੀ ਰਜਾ 'ਚ ਨਹੀਂ ਰਹਿ ਸਕਦਾ। ਜਦੋਂ ਉਹਦੇ ਅੰਦਰ ਅਭੇਦ ਹੋ ਜਾਂਦਾ ਫਿਰ ਉਹ ਸ਼ਾਂਤ ਹੋ ਜਾਂਦਾ। ਫਿਰ ਗੁਰੂ ਸਾਹਿਬਾਨਾਂ ਨੇ ਸਾਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਤਤੀ ਤਵੀ ਤੇ ਬੈਠ ਕੇ ਵੀ ਤੇਰਾ ਕੀਆ ਮੀਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੈ। ਗੁਰੂ ਦੇ ਬਚਨ ਮੰਨਣ ਵਾਲੇ ਸਿੱਖਾਂ ਦਾ ਫਿਰ ਆਪਾਂ ਨੂੰ ਇਤਿਹਾਸ ਸੁਣਾਇਆ। ਸਿਰਜ ਕੇ ਚਾਹੇ ਕਿਸੇ ਦੇ ਬੰਦ ਕੱਟੇ ਗਏ, ਚਾਹੇ ਕਿਸੇ ਨੂੰ ਆਰਿਆਂ ਨਾਲ ਚੀਰਿਆ ਗਿਆ, ਚਾਹੇ ਕਿਸੇ ਨੂੰ ਰੂਈ 'ਚ ਲਪੇਟ ਕੇ ਅਗਨ ਭੇਟ ਕਰਤਾ, ਚਾਹੇ ਕਿਸੇ ਨੂੰ ਗਰਮ ਪਾਣੀ ਦੇ ਅੰਦਰ ਉਬਾਲਿਆ ਗਿਆ, ਕਿਉਂਕਿ ਉਹਨਾਂ ਦੀ ਜਿਹੜੀ ਸੁਰਤੀ ਆ, ਮਨ ਆ, ਉਹ ਬ੍ਰਹਮ ਦੇ ਅੰਦਰ ਲੀਨ ਹੈ ਤੇ ਉਹ ਸ਼ਾਂਤ ਚਿੱਤ ਰਹਿੰਦੇ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਆ ਜਿੰਨਾ ਚਿਰ ਅਸੀਂ ਉਹ ਤੋਂ ਵੱਖ ਹਾਂ ਉਨਾ ਚਿਰ ਦੁਖੀ ਆ। ਬਾਣੀ ਅੰਦਰ ਮਹਾਰਾਜ ਸਮਝਾ ਰਹੇ ਹਨ ਇੱਕ ਮੂਲ ਲਾਗੇ ਤਿੰਨੀ ਸੁਖ ਪਾਇਆ, ਡਾਲੀ ਲਾਗੇ ਤਿਨੀ ਜਨਮ ਗਵਾਇਆ। ਅੰਮ੍ਰਿਤ ਫਲ ਤਿਹ ਜਨ ਕੋ ਲਾਗੇ, ਜੋ ਬੋਲਹਿ ਅੰਮ੍ਰਿਤ ਬਾਤਾਂ ਹੈ। ਜਿਹੜੇ ਆਪਦੇ ਮੂਲ ਨਾਲ ਲੱਗਦੇ ਨੇ ਉਹ ਸੁਖੀ ਨੇ। ਡਾਲੀ ਕਹਿਤਾ ਉਹਦੇ ਚੋਂ ਪੈਦਾ ਹੋਈ ਮਾਇਆ ਨੂੰ, ਜੋ ਵੀ ਆ ਦ੍ਰਿਸ਼ਟਮਾਨ ਦਿਖਾਈ ਦੇ ਰਿਹਾ ਇਹ ਸਾਰਾ ਮਾਇਆ ਦਾ ਰੂਪ ਆ। ਜਿੰਨਾ ਚਿਰ ਇਹਦੇ 'ਚ ਜੀਵ ਰਹਿੰਦਾ ਦੁਖੀ ਰਹਿੰਦਾ, ਜਦੋਂ ਮੂਲ ਨਾਲ ਜੁੜ ਜਾਂਦਾ ਤੇ ਸੁਖੀ ਰਹਿੰਦਾ। ਉਹਨੂੰ ਫਿਰ ਅੰਮ੍ਰਿਤ ਫਲ ਦੀ ਪ੍ਰਾਪਤੀ ਹੁੰਦੀ ਆ। ਅੰਮ੍ਰਿਤ ਫਲ ਤਿਸ ਜਨ ਕੋ ਲਾਗੇ, ਜੋ ਬੋਲਹਿ ਅੰਮ੍ਰਿਤ ਬਾਤਾਂ ਹੈ। ਇਸ ਕਰਕੇ ਪਾਤਸ਼ਾਹ ਸਮਝਾ ਰਹੇ ਆ ਸਮੁੰਦਰ ਦੇ ਅੰਦਰ ਮਿਲ ਕੇ ਨਦੀਆਂ ਨਾਲਿਆਂ ਦੀ ਜਿਹੜੀ ਰੌਲਾ ਰੱਪਾ ਹੈ ਖਤਮ ਹੋ ਜਾਂਦਾ। ਇਨਸਾਨ ਦਾ ਮਨ ਜਦੋਂ ਬ੍ਰਹਮ ਦੇ ਅੰਦਰ ਲੀਨ ਹੋ ਜਾਂਦਾ, ਸਾਡੇ ਵੀ ਮਨ ਦੇ ਜਿਹੜੇ ਵਿਚਾਰ ਨੇ, ਸੁਰਨੇ ਨੇ, ਕਲਪਨਾ ਨੇ, ਦੁੱਖ ਨੇ, ਕਲੇਸ਼ ਨੇ, ਇਹ ਵੀ ਖਤਮ ਹੋ ਜਾਂਦੇ ਆ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ, ਪਾਤਸ਼ਾਹ ਤੁਸੀਂ ਸਮੁੰਦਰ ਕਿਹਨੂੰ ਕਹਿੰਦੇ ਹੋ? ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਸਮੁੰਦ ਸਾਹ ਸੁਲਤਾਨ, ਜੋ ਸੁਲਤਾਨਾਂ ਦਾ ਵੀ ਸ਼ਾਹ ਹੈ, ਰਾਜਿਆਂ ਦਾ ਵੀ ਰਾਜਾ ਹੈ, ਪਾਤਸ਼ਾਹ ਹੈ। ਅਸੀਂ ਉਸ ਨੂੰ ਸਮੁੰਦਰ ਰੂਪ ਕਿਹਾ। ਤੇ ਜਿਹੜੇ ਪਰਮਾਤਮਾ ਦੇ ਭਗਤ ਨੇ, ਸਿਮਰਨ ਕਰਨ ਵਾਲੇ ਨੇ, ਸੇਵਾ ਕਰਨ ਵਾਲੇ ਨੇ, ਨਿਮਰਤਾ ਵਰਗੇ ਜਿਨ੍ਹਾਂ 'ਚ ਗੁਣ ਨੇ, ਉਹਨਾਂ ਨੂੰ ਨਦੀਆਂ ਨਾਲਿਆਂ ਦਾ ਰੂਪ ਕਿਹਾ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਹਨ ਕਿ ਸਮੁੰਦਰ ਬਹੁਤ ਵੱਡਾ, ਜਿਹਦਾ ਅੰਤ ਨਹੀਂ ਹੈ। ਇਸੇ ਤਰ੍ਹਾਂ ਮਾਲਕ ਹੈ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਉਹਨਾਂ ਨੇ ਪ੍ਰਸ਼ਨ ਕੀਤਾ,
ਕਹਿੰਦੇ ਜੀ ਜੋ ਨਿਮਰਤਾ ਗੁਣ ਧਾਰ ਕੇ ਭਜਨ ਬੰਦਗੀ ਕਰਨ ਵਾਲੇ ਜੀਵ ਨੇ, ਉਹ ਭਾਵੇਂ ਗਰੀਬ ਹੋਣ, ਉਹ ਕਿਤੇ ਧਨਾੜ ਪੁਰਸ਼ ਬਣ ਸਕਦੇ ਆ। ਉਹਨਾਂ ਕੋਲੇ ਆ ਦੁਨੀਆ ਦੇ ਪਦਾਰਥ ਆ ਸਕਦੇ ਆ, ਕਿਉਂਕਿ ਜਿਹੜੇ ਸਿੱਧ ਨੇ ਉਹ ਸੰਸਾਰੀ ਪਦਾਰਥਾਂ ਦੀ ਖਾਤਰ ਉਹਨਾਂ ਨੇ ਬੰਦਗੀਆਂ ਕੀਤੀਆਂ, ਪਰਮਾਤਮਾ ਨੂੰ ਮਿਲਣ ਦਾ ਪਿਆਰ ਨਹੀਂ ਸੀ, ਨਾ ਜੁਗਤੀ ਸੀ। ਇਸੇ ਕਰਕੇ ਉਹ ਦੁਨੀਆ ਦੇ ਲੋਕਾਂ ਨੂੰ ਡਰਾਉਂਦੇ, ਲੋਕ ਉਹਨਾਂ ਦੀ ਸੇਵਾ ਕਰਦੇ, ਕੋਈ ਉਹਨਾਂ ਦੇ ਵਰ ਪ੍ਰਾਪਤੀ ਵਾਸਤੇ ਸੇਵਾ ਕਰਦਾ, ਕੋਈ ਸ਼ਰਾਪ ਤੋਂ ਡਰਦਾ ਹੋਇਆ ਕਰਦਾ। ਉਹਨਾਂ ਨੂੰ ਅਗੰਮ ਦੀ ਪਰਮਾਤਮਾ ਦੀ ਸੋਝੀ ਘੱਟ ਸੀ। ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਉਹ ਮਾਲਿਕ ਤਾਂ ਐਸਾ ਹੈ, ਨੀਚੋ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਸ ਚੌਂ ਕੁੰਟ ਮਾਨੈ। ਇਹ ਤਾਂ ਬਾਰੀ ਆ, ਕਿਉਂਕਿ ਕਈ ਇਨਸਾਨ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਪਰਮਾਤਮਾ ਦੇ ਰਸਤੇ ਚੱਲਦੇ ਆ, ਧਰਮ ਦੇ ਰਸਤੇ ਚੱਲਦੇ ਆ। ਤੇ ਆਪਾਂ ਨੂੰ ਗੁਰੂ ਨਾਨਕ ਦੇ ਘਰ ਨੇ ਏਡਾ ਵੱਡਾ ਗਿਆਨ ਦਿੱਤਾ ਕਿ ਤੁਸੀਂ ਬ੍ਰਹਮ ਦੇ ਨਾਲ ਜੁੜੋ। ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੇ ਸਦਾ ਵਸਾਏ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਕਿ ਜਿਹਦੇ ਹੁਕਮ ਦੇ ਅੰਦਰ ਇਹ ਕਾਮ ਧੇਨਾ, ਬ੍ਰਹਮਾ ਵਿਸ਼ਨੂੰ ਮਹੇਸ਼ ਸੂਰਜ ਚੰਦ ਜਿੰਨੀ ਵੀ ਸ੍ਰਿਸ਼ਟੀ ਚੱਲ ਰਹੀ ਆ, ਤੁਸੀਂ ਆਪਣੇ ਮੂਲ ਦੇ ਨਾਲ ਜੁੜੋ। ਜਿਹੜਾ ਜੀਵ ਉਹਦੇ ਮੂਲ ਆਪਣੇ ਨਾਲ ਜੁੜ ਗਿਆ, ਮਹਾਰਾਜ ਸਮਝਾ ਰਹੇ ਆ, ਗਿਰਹਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਇੱਕ ਪਾਸੇ ਉਹ ਲੋਕ ਹੋਣ ਜਿਨ੍ਹਾਂ ਕੋਲੇ ਦੁਨੀਆ ਦੇ ਬਹੁਤ ਪਦਾਰਥ ਹੋਣ, ਧਨ ਹੋਵੇ, ਰਾਜੇ ਮਹਾਰਾਜੇ ਹੋਣ। ਦੂਸਰੇ ਪਾਸੇ ਉਹ ਜੀਵ ਜਿਨ੍ਹਾਂ ਨੂੰ ਪ੍ਰਮਾਤਮਾ ਭੁੱਲਦਾ ਨਹੀਂ, ਉਹ ਤਾਂ ਕਹਿੰਦੇ ਉਹ ਕੀੜੀ ਦੇ ਤੁਲ ਵੀ ਨਹੀਂ। ਕਿਉਂਕਿ ਇੱਥੇ ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ, ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜਿੰਨਾ ਚਿਰ ਅਗਿਆਨਤਾ ਦਾ ਹਨੇਰਾ, ਇੱਥੇ ਰਾਜੇ ਵੀ ਦੁਖੀ ਨੇ ਤੇ ਇੱਥੇ ਗਰੀਬ ਵੀ ਦੁਖੀ ਨੇ। ਤੇ ਜਿਨ੍ਹਾਂ ਨੂੰ ਫਿਰ ਮਾਲਕ ਦਾ ਇਹ ਨਾਮ ਰੂਪੀ ਧਨ ਪ੍ਰਾਪਤ ਹੋ ਜਾਂਦਾ, ਉਹਦੀ ਨਦਰ ਦੇ ਪਾਤਰ ਬਣ ਜਾਂਦੇ ਨੇ, ਉਹ ਮਨ ਕਰਕੇ ਇੰਨੇ ਸੁਖੀ ਹੋ ਜਾਂਦੇ, ਭਾਵੇਂ ਖਾਣ ਨੂੰ ਰੁੱਖੀ ਰੋਟੀ ਮਿਲੇ, ਰੁੱਖੋ ਭੋਜਨ ਭੂਮ ਤੈਨ, ਭਾਵੇਂ ਜ਼ਮੀਨ ਤੇ ਸੋਨਾ ਮਿਲੇ, ਸਖੀ ਪ੍ਰੈ ਸੰਗ ਸੂਖ ਬਿਹਾਵੈ। ਉਹ ਜੀਵ ਰੂਪੀ ਸਖੀਆਂ ਪਤੀ ਪਰਮਾਤਮਾ ਦਾ ਮਿਲਾਪ ਪਾ ਕੇ ਸੁਖ ਦੀ ਪ੍ਰਾਪਤੀ ਕਰਦੀਆਂ। ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਇਸ ਕਰਕੇ ਸਿੱਧੋ ਪਰਮਾਤਮਾ ਅੱਗੇ ਅਰਦਾਸ ਕਰਿਆ ਕਰੋ ਕਿ ਗੁਰਾ ਇੱਕ ਦੇਹੀ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਫਿਰ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਇਹ ਜਿਹੜਾ ਮਾਲਕ ਹੈ, ਇਹਦਾ ਅੰਤ ਕੋਈ ਪਾ ਸਕਦਾ? ਕਿਸੇ ਨੇ ਜਾਣਿਆ ਤੇ ਸਮਝਾਓ। ਪਾਤਸ਼ਾਹ ਹੁਣ ਸਮਝਾ ਰਹੇ ਆ, ਕਹਿੰਦੇ ਅੰਤ ਨਾ ਕਰਨਾ, ਦੇ ਨਾ ਅੰਤ, ਅੰਤ ਨਾ ਦੇਖਣ, ਸੁਣਨ ਨਾ ਅੰਤ। ਕਹਿੰਦੇ ਜਿਹੜਾ ਉਹ ਮਾਲਕ ਹੈ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ। ਹੁਣ 24ਵੀਂ ਪੌੜੀ ਚ ਸਮਝਾ ਰਹੇ ਆ, ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਓ, ਉਸ ਮਾਲਕ ਦੀ ਸਿਫਤ ਕਰਨ ਦੇ ਨਾਲ, ਉਹਦੇ ਗੁਣ ਜਵਾਨ ਦੇ ਨਾਲ ਕਹਿਣ ਦੇ ਨਾਲ ਉਹਦਾ ਅੰਤ ਆਉਂਦਾ ਕਿ ਨਹੀਂ ਆਉਂਦਾ। ਹੁਣ ਮਾਲਕ ਦੀ ਵਡਿਆਈ ਕਰ ਰਹੇ ਆ ਗੁਰੂ ਨਾਨਕ ਸਾਹਿਬ ਮਹਾਰਾਜ, ਕਹਿੰਦੇ ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੇ ਸੁਮਾਰ।
कि उस मालिक दे अनेकां उहदे गुरमुख जन सिफत कर रहे आ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਹਿੰਦੇ ਉਹਦੀ ਸਿਫਤ ਕਰਨ ਦੇ ਨਾਲ ਉਸ ਮਾਲਿਕ ਦੇ ਅੰਤ ਨੂੰ ਨਹੀਂ ਕਿਸੇ ਨੇ ਅੱਜ ਤੱਕ ਪਾਇਆ। ਉਹ ਕਹਿੰਦੇ ਜੀ ਫਿਰ ਸਿਫਤ ਕਰਨ ਦਾ ਲਾਭ ਕੀ ਹੁੰਦਾ? ਮਹਾਰਾਜ ਜੀ ਕਹਿੰਦੇ ਸਿਫਤ ਸਲਾਹ ਕਰਦਿਆਂ ਇਨਸਾਨ ਦਾ ਜਿਹੜਾ ਮਨ ਹੈ ਉਹ ਅਕਾਲ ਪੁਰਖ ਦੇ ਅੰਦਰ ਲੀਨ ਹੋ ਜਾਂਦਾ। ਗੁਰੂ ਨਾਨਕ ਦੇ ਘਰ ਨੇ ਇਹ ਬੜਾ ਸੌਖਾ ਕਰਕੇ ਸਾਨੂੰ ਸਮਝਾਤਾ, ਕਿਉਂਕਿ ਨਹੀਂ ਤਾਂ ਲੋਕ ਇੱਥੇ ਪੁੱਠੇ ਲੱਗ ਕੇ ਭਗਤੀ ਕਰਦੇ, ਘਰ-ਬਾਰ ਛੱਡ ਜਾਂਦੇ, ਸੰਨਿਆਸੀ ਹੋ ਜਾਂਦੇ, ਜੰਗਲਾਂ ਦੇ ਪੱਤੇ ਖਾ ਕੇ ਗੁਜ਼ਾਰਾ ਕਰਦੇ, ਤਨ ਤੇ ਕੱਪੜੇ ਨਾ ਪਾਉਂਦੇ ਤੇ ਬਹੁਤ ਸਾਰੇ ਦੇਹੀ ਨੂੰ ਕਸ਼ਟ ਦਿਆ ਕਰਦੇ ਤੇ ਆਸਣ ਕਰਦੇ ਜੋਗਾ ਆਦਿਕ ਦੇ ਤੇ ਸਿਰ ਤੇ ਸਿਰ ਕਰਬਤ ਧਰਾਏ। ਇੱਥੋਂ ਤੱਕ ਵੀ ਦੱਸਿਆ ਕਿ ਕੰਸ਼ੀ ਦੇ ਅੰਦਰ ਸ਼ਿਵ ਜੀ ਦਾ ਆਰਾ ਵੀ ਸਿਰ ਤੇ ਚਲਾ ਲੈਂਦੇ ਲੋਕ ਮਨ ਦੀ ਸ਼ਾਂਤੀ ਵਾਸਤੇ। ਤੇ ਵੱਡੇ ਵੱਡੇ ਦਾਨ ਜਿੱਥੇ ਪਦਾਰਥ ਕਰਦੇ ਉੱਥੇ ਰਾਜੇ ਲੋਕ ਇਹ ਪੰਡਤ ਬ੍ਰਾਹਮਣ ਲੋਕਾਂ ਨੂੰ ਆਪਣੀਆਂ ਘਰ ਵਾਲੀਆਂ ਵੀ ਦਾਨ ਕਰਦਿਆ ਕਰਦੇ, ਧਰਮ ਦੇ ਰਸਤੇ ਚੱਲਦੇ ਮਨ ਦੀ ਸ਼ਾਂਤੀ ਪ੍ਰਾਪਤ ਕਰਨ ਵਾਸਤੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਨੇ ਇਹ ਸਾਰੇ ਕੁਝ ਦੇ ਵਾਸਤੇ ਸਾਨੂੰ ਸਮਝਾਇਆ ਕਿ ਵਡਿਆਈ ਵੱਡਾ ਪਾਇਆ, ਤੁਸੀਂ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਕਰਿਆ ਕਰੋ। ਇੱਥੋਂ ਤੱਕ ਬਾਣੀ 'ਚ ਗਿਆਨ ਦਿੱਤਾ। ਮਹਾਰਾਜ ਕਹਿੰਦੇ ਕਈ ਵਾਰ ਇਨਸਾਨ ਆਪਦੇ ਪੁੰਨਾਂ ਦੇ ਕਰਮ ਦੇਖ ਕੇ ਪਾਪ ਕਰਮ ਕਰਨ ਵਾਲੇ ਜੀਵਾਂ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਵੀ ਤੁਹਾਡਾ ਕੋਈ ਜ਼ੋਰ ਨਹੀਂ ਹੈ, ਇੰਨੀ ਨਿਮਰਤਾ 'ਚ ਰਹਿਣਾ ਸਿੱਖੋ। ਪਾਪ ਪੁੰਨ ਹਮਰੇ ਬਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਕਿ ਪਾਪ ਤੇ ਪੁੰਨ ਵੀ ਸਾਡੇ ਵਸ ਨਹੀਂ ਹੈ। ਜੇ ਮਾਲਕ ਥੋੜਾ ਜਿਹਾ ਹੀ ਪੰਜਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾਡੇ ਮਨ ਤੋਂ ਦੂਰ ਨਾ ਕਰੇ ਤਾਂ ਕਿਸੇ ਵੀ ਸਮੇਂ ਸਾਤੋਂ ਵੱਡੇ ਤੋਂ ਵੱਡਾ ਪਾਪ ਹੋ ਸਕਦਾ। ਪਾਤਸ਼ਾਹ ਨੇ ਸਮਝਾਤਾ, ਪਾਪ ਪੁੰਨ ਹਮਰੇ ਵਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਸਿਫਤ ਸਲਾਹ ਕਰਦੇ ਕਰਦੇ ਉਸ ਪਾਤਸ਼ਾਹ ਦੇ ਅੰਦਰ ਲੀਨ ਹੋ ਜਾਣਾ। ਜਿਸ ਤਰ੍ਹਾਂ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ ਅਕਾਲ ਉਸਤਤ, ਜਿਹਦੇ ਅੰਦਰ ਸਿਰਫ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਕੀਤੀ ਗਈ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਇੱਕ ਵਾਰ ਬੈਠੇ ਬੈਠੇ ਇੰਨੇ ਪ੍ਰਮਾਤਮਾ ਦੀ ਸਿਫਤ ਕਰਦੇ ਹੋਏ ਸਾਨੂੰ ਸਿਖਾਇਆ, ਉਹ ਨਹੀਂ ਸੀ ਬਖ, ਉਹਨਾਂ ਨੇ ਸਾਨੂੰ ਢੰਗ ਸਿਖਾਇਆ। ਪਾਤਸ਼ਾਹ ਕਹਿੰਦੇ ਇੰਨੇ ਪਿਆਰ ਦੇ ਨਾਲ ਮਾਲਿਕ ਦੀ ਵਡਿਆਈ ਕਰ ਰਹੇ ਸੀ, ਕਿਉਂਕਿ ਜਦੋਂ ਸਾਡੀ ਸੁਰਤ ਉੱਚੀ ਉੱਠ ਖੜਦੀ ਆ ਨਾ, ਮਾਲਕ ਕਿਰਪਾ ਇਨਸਾਨ ਤੇ ਕਰਦਾ, ਉਹਨੂੰ ਸਾਰਿਆਂ ਦੇ ਅੰਦਰ ਪ੍ਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ। ਜਿਹਨੂੰ ਆਪਾਂ ਨਿੱਤੀ ਆਨੰਦ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਨੇਤਰ ਹੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵੈ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਜੇ ਤੁਸੀਂ ਪ੍ਰਮਾਤਮਾ ਨੂੰ ਸਰਗੁਣ ਸਰੂਪ 'ਚ ਵੇਖਣਾ ਚਾਹੁੰਦੇ ਹੋ ਤਾਂ ਪਾਤਸ਼ਾਹ ਕਹਿੰਦੇ ਜਿੰਨਾ ਵੀ ਆ ਸੰਸਾਰ ਵੇਖ ਰਹੇ ਹੋ ਮੇਰਾ ਹੀ ਰੂਪ ਆ, ਇਹਦੇ ਤੋਂ ਮੈਨੂੰ ਵੇਖੋ। ਜੇ ਤੁਸੀਂ ਨਿਰਗੁਣ ਸਰੂਪ ਨੂੰ ਵੇਖਣਾ ਚਾਹੁੰਦੇ ਹੋ ਤਾਂ ਵੀ ਆ ਤੁਹਾਡੇ ਸਾਹਮਣੇ ਆ, ਜਿੱਥੋਂ ਤੁਹਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਸਮਝਾਇਆ ਕਿ ਇਹ ਪਾਤਸ਼ਾਹ ਜਲਸ ਤੂੰ ਹੀ, ਥਲਸ ਤੂੰ ਹੀ, ਨਿਦਸ ਤੂੰ ਹੀ, ਨਾਦਸ ਤੁਸੀਂ, ਨਦਸ ਤੂੰ ਹੀ, ਬ੍ਰਸ਼ਸ਼ ਤੂੰ ਹੀ, ਪਤਸ਼ ਤੂੰ ਹੀ, ਸ਼ਤਸ ਤੂੰ ਹੀ, ਹੁਰਤਸ ਤੁਸੀਂ, ਭਜਸ ਤੋਇੰ, ਭਜਸ ਤੋਇੰ, ਰਟਸ ਤੋਇੰ, ਠਟਸ ਤੋਇੰ, ਜਿਮੀ ਤੂੰ ਹੀ, ਜਮਾ ਤੂੰ ਹੀ, ਮੱਕੀ ਤੂੰ ਹੀ, ਮੱਕਾ ਤੂੰ ਹੀ,
अभो तुही, अभै तुही, अशो तुही, अशै तुही, जतस तुही, ब्रतस तुही, गतस तुही, मतस तुही। ਐਂ ਕਰਦੇ ਕਰਦੇ ਫਿਰ ਕਹਿੰਦੇ ਇੱਥੇ ਹੀ ਆ ਗਏ, ਤੂੰ ਹੀ। ਵਿਦਵਾਨ ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਕਿ 16,000 ਵਾਰੀ ਪਾਤਸ਼ਾਹ ਨੇ ਤੂੰ ਹੀ ਸ਼ਬਦ ਰਟਨ ਕੀਤਾ। ਤੇ ਇੱਥੇ ਸਿਰਫ ਅਕਾਲ ਉਸਤਤ ਦੇ ਅੰਦਰ ਲੰਬੀ ਹੋਣ ਤੋਂ ਖਾਤਰ 16 ਵਾਰ ਇਹ ਤੂੰ ਹੀ ਸ਼ਬਦ ਮਹਾਰਾਜ ਨੇ ਫਿਰ ਦਰਜ ਕੀਤਾ, ਜਿਹਦਾ ਅਰਥ ਬਣ ਜਾਂਦਾ ਕਿ ਇਹ ਮਾਲਕ ਤੂੰ ਹੀ ਜਲ ਰੂਪ ਹੈ, ਤੂੰ ਹੀ ਥਲ ਰੂਪ ਹੈ, ਤੂੰ ਹੀ ਸਮੁੰਦਰ ਰੂਪ ਹੈ, ਤੂੰ ਹੀ ਪ੍ਰਥਵੀ ਰੂਪ ਹੈ, ਆਕਾਸ਼ ਰੂਪ ਵੀ ਤੂੰ ਹੀ ਹੈ, ਤੂੰ ਹੀ ਭਜਨੇ ਯੋਗ ਹੈ, ਤੂੰ ਹੀ ਭਜਨੇ ਯੋਗ ਹੈ ਬਾਣੀ ਕਰਕੇ ਤੇ ਮਨ ਕਰਕੇ, ਤੂੰ ਹੀ ਰਟਨੇ ਯੋਗ ਹੈ ਸਰੀਰ ਕਰਕੇ, ਤੂੰ ਸਭ ਨੂੰ ਬਣਾਉਣ ਵਾਲਾ ਹੈ, ਪ੍ਰਥਵੀ ਰੂਪ ਵੀ ਤੂੰ ਹੀ ਹੈ, ਆਕਾਸ਼ ਰੂਪ ਵੀ ਤੂੰ ਹੀ ਹੈ, ਮਕਾਨ ਰੂਪ ਵੀ ਤੂੰ ਹੀ ਹੈ, ਮਕਾਨਾਂ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਰੂਪ ਚ ਵੀ ਤੂੰ ਹੀ ਹੈ, ਅਚਰਜ ਰੂਪ ਵੀ ਤੂੰ ਹੀ ਹੈ, ਨਿਰਖੌਫ ਰੂਪ ਵੀ ਤੂੰ ਹੀ ਹੈ, ਛੂਤ ਛਾਤ ਤੋਂ ਰਹਿਤ ਵੀ ਤੂੰ ਹੀ ਹੈ, ਨਾਸ ਤੋਂ ਰਹਿਤ ਵੀ ਤੂੰ ਹੀ ਹੈ, ਜਤਿੰਦਰੇ ਰੂਪ ਵੀ ਤੂੰ ਹੀ ਹੈ, ਵਰਤ ਰੂਪ ਵੀ ਤੂੰ ਹੀ ਹੈ, ਗਤੀ ਰੂਪ ਵੀ ਤੂੰ ਹੀ ਹੈ, ਮਤੀ ਰੂਪ ਵੀ ਤੂੰ ਹੀ ਹੈ। ਇਸ ਤਰ੍ਹਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਕੀਤੀ। ਤੇ ਆਪਾਂ ਰੋਜ਼ ਪੜ੍ਹਦੇ ਹਾਂ ਕਿ ਅਸੀਂ ਵੀ ਆਪਣੇ ਮਨ ਨੂੰ ਉੱਥੇ ਲਿਜਾਣਾ ਹੁੰਦਾ ਕਿ ਸਗਲ ਦੁਆਰ ਕੋ ਛਾੜ ਕੇ ਜਿਹੋ ਤੁਹਾਰੋ ਦੁਆਰ ਬਹਾਈ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਫਿਰ ਉਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਓ, ਉਸ ਮਾਲਕ ਦਾ ਆ ਜਿਹੜਾ ਵੇਖ ਰਹੇ ਹਾਂ ਆਪਾਂ ਸੰਸਾਰ ਤੇ ਇਨਸਾਨ ਕਰਤੱਵ ਕਰਦਾ, ਆਪਦੇ ਸਰੀਰ ਦੇ ਨਾਲ ਕਰਤੱਵਾਂ ਦਾ ਅੰਤ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਅੰਤ ਨਾ ਕਰਨਾ ਦੇਣ ਨਾ ਅੰਤ। ਉਸ ਮਾਲਕ ਨੇ ਏਡਾ ਵੱਡਾ ਸ੍ਰਿਸ਼ਟੀ ਦਾ ਪਸਾਰਾ ਪਸਾਰਤਾ, ਉਹਦੇ ਕਰਤੱਵ ਨੂੰ ਕੌਣ ਜਾਣਦਾ। ਦੇਖੋ ਕਿੱਡੀ ਜਲਦੀ ਮਹਾਰਾਜ ਸਮਝਾ ਰਹੇ ਆ, ਕੀਤਾ ਪਸਾਓ ਇੱਕੋ ਕਵਾਓ। ਸਿਰਫ ਇੱਕ ਵਾਰ ਬੋਲਣ ਦੇ ਨਾਲ ਏਡਾ ਵੱਡਾ ਪਸਾਰਾ ਪਸਰ ਗਿਆ। ਤਿਸਤੇ ਹੋਏ ਲੱਖ ਦਰਿਆਓ ਦੇਣ ਨਾ ਅੰਤ। ਉਸ ਮਾਲਕ ਦੀਆਂ ਦਾਤਾਂ ਦਾ ਕੌਣ ਅੰਤ ਪਾ ਸਕਦਾ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ, ਦਿੰਦੇ ਤੋਟ ਨਾ ਆਵੀ ਅਗੰਤ ਭਰੇ ਭੰਡਾਰ, ਦਿੰਦਾ ਦੇ ਲੈਂਦੇ ਤੱਕ ਪਾਹੇ। ਉਹ ਮਾਲਕ ਦਾ ਏਡੀਆਂ ਵੱਡੀਆਂ ਦਾਤਾਂ ਨੇ। ਕਿਤੇ ਆਪਾਂ ਪਦਾਰਥਾਂ ਤੋਂ ਦੂਰ ਜਾ ਕੇ ਥੋੜਾ ਜਿਹਾ ਨੇੜੇ ਆ ਕੇ ਸੋਚੋ ਕਿ ਆਪਣੇ ਸਰੀਰ ਨੂੰ ਉਹਨੇ ਕਿੱਡਾ ਵੱਡਾ ਸੁੰਦਰ ਬਣਾ ਦਿੱਤਾ। ਇੱਕ ਕੋਈ ਇਨਸਾਨ ਕਿਸੇ ਮਹਾਤਮਾ ਕੋਲੇ ਗਿਆ, ਉਹ ਕਹਿੰਦਾ ਜੀ ਮੈਂ ਬਹੁਤ ਗਰੀਬ ਹਾਂ, ਮੇਰੇ ਤੇ ਕਿਰਪਾ ਕਰੋ। ਮਹਾਤਮਾ ਉੱਚੀ ਸੁਰਤ ਵਾਲਾ ਸੀ। ਉਹ ਕਹਿੰਦਾ ਗਰੀਬ ਤਾਂ ਭਾਈ ਤੂੰ ਹੈ ਨਹੀਂ, ਤੈਨੂੰ ਸਮਝ ਨਹੀਂ ਹੈ। ਉਹ ਕਹਿੰਦਾ ਜੀ ਮੇਰੇ ਕੋਲੇ ਦੁਨੀਆ ਦੇ ਪਦਾਰਥ ਨਹੀਂ ਹੈ। ਉਹ ਕਹਿੰਦਾ ਕਿੰਨੇ ਕੁ ਪਦਾਰਥ ਚਾਹੀਦੇ ਆ ਤੈਨੂੰ। ਉਹ ਕਹਿੰਦਾ ਜੀ ਗੁਜ਼ਾਰੇ ਜੋਗੇ ਬਹੁਤ ਅਮੀਰ ਹੋ ਜਾ। ਉਹ ਕਹਿੰਦੇ ਫਿਰ ਦੇ ਦਿੰਨੇ ਆ ਪਦਾਰਥ, ਇੱਕ ਕੰਮ ਕਰ, ਜਿਹੜਾ ਮਾਲਕ ਨੇ ਤੈਨੂੰ ਪਦਾਰਥ ਦਿੱਤਾ ਉਹ ਸਾਨੂੰ ਦੇ। ਕਹਿੰਦਾ ਜੀ ਪ੍ਰਮਾਤਮਾ ਨੇ ਮੈਨੂੰ ਕੀ ਦਿੱਤਾ, ਕਿਉਂਕਿ ਗਿਆਨਤਾ ਦਾ ਹਨੇਰਾ ਸੀ। ਉਹ ਕਹਿੰਦੇ ਇਉਂ ਕਰ, ਆਪਣੀ ਇੱਕ ਅੱਖ ਤੇਰੀਆਂ ਦੋ ਦਿੱਤੀਆਂ, ਇੱਕ ਸਾਨੂੰ ਦੇ ਦੇ, ਜਿੰਨੇ ਮਰਜ਼ੀ ਪਦਾਰਥ ਲੈ ਲਈ। ਉਹ ਕਹਿੰਦਾ ਜੀ ਅੱਖ ਤਾਂ ਨਹੀਂ ਮੈਂ ਦੇ ਸਕਦਾ। ਉਹ ਕਹਿੰਦੇ ਫਿਰ ਇੱਕ ਹੱਥ ਦੇ ਦੇ, ਜਿੰਨੇ ਮਰਜ਼ੀ ਪਦਾਰਥ ਲੈ ਲਈ। ਹੱਥ ਤੋਂ ਵੀ ਮੁੱਕਰ ਗਿਆ। ਕਹਿੰਦੇ ਫਿਰ ਇੱਕ ਲੱਤ ਦੇ ਦੇ, ਲੱਤ ਤੋਂ ਵੀ ਮੁੱਕਰ ਗਿਆ। ਕਹਿੰਦੇ ਇੱਕ ਕੰਨ ਦੇ ਦੇ, ਕੰਨ ਤੋਂ ਵੀ ਮੁੱਕਰ ਗਿਆ। ਅਖੀਰ ਮਹਾਤਮਾ ਕਹਿੰਦਾ ਇੱਕ ਆਪਦੇ ਹੱਥ ਦੀ ਉਂਗਲੀ ਦੇ ਦੇ, ਜਿੰਨੇ ਪਦਾਰਥ ਕਹੇ ਤੈਨੂੰ ਦੇ ਦੂੰਗਾ। ਉਹਨੂੰ ਸੋਝੀ ਆ ਗਈ। ਕਹਿੰਦਾ ਜੀ ਮੈਂ ਇਹ ਮਾਲਕ ਦੀ ਦਿੱਤੀ ਹੋਈ ਦਾਤ ਨੂੰ ਕਿਤੇ ਚੇਤੇ ਹੀ ਨਹੀਂ ਕੀਤਾ।
ਜਿਹੜੀ ਕਿਸੇ ਦੀ ਕੀਮਤ ਤੇ ਨਹੀਂ ਮਿਲਦੀ। ਉਹ ਕਹਿੰਦੇ ਭਲਿਆ ਲੋਕਾ, ਮਾਲਕ ਨੇ ਤਾਂ ਤੈਨੂੰ ਬਹੁਤ ਕੁਝ ਦਿੱਤਾ, ਪਰ ਤੂੰ ਅਗਿਆਨਤਾ ਦੇ ਹਨੇਰੇ 'ਚ ਇਹ ਦਿੱਤੇ ਹੋਏ ਪਦਾਰਥ ਦੀ ਕਦਰ ਹੀ ਨਹੀਂ ਜਾਣਦਾ। ਇਸੇ ਕਰਕੇ ਆਪਾਂ ਸਮਝ ਚੱਲਣਾ ਹੁੰਦਾ। ਉਹਨਾਂ ਲੋਕਾਂ ਵੱਲ ਝਾਕੀਏ ਜਿਨ੍ਹਾਂ ਦੇ ਅੱਖਾਂ ਦੀ ਰੋਸ਼ਨੀ ਨਹੀਂ ਹੈ, ਕਿਸੇ ਦੇ ਪੈਰ ਨਹੀਂ ਹੈ, ਕਿਸੇ ਦੇ ਹੱਥ ਨਹੀਂ ਹੈ, ਕਿਸੇ ਦੇ ਕੰਨ ਨਹੀਂ ਹੈ। ਤੇ ਜਦੋਂ ਆਪਾਂ ਇਹੋ ਜਿਹੇ ਲੋਕਾਂ ਨੂੰ ਦੇਖਦੇ ਹਾਂ, ਫਿਰ ਵਾਹਿਗੁਰੂ ਦਾ ਸ਼ੁਕਰ ਕਰਨਾ ਬਣਦਾ ਜਿਨ੍ਹਾਂ ਨੂੰ ਉਹਨੇ ਸਰੀਰਕ ਤੌਰ ਤੇ ਤੰਦਰੁਸਤੀ ਬਖਸ਼ੀ ਹੈ। ਮਹਾਰਾਜ ਕਹਿੰਦੇ ਉਹਦੀਆਂ ਦਾਤਾਂ ਦਾ ਕੌਣ ਅੰਤ ਦੇ ਸਕਦਾ। ਇੱਥੇ ਹੀ ਬਸ ਨਹੀਂ, ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਸਾਨੂੰ ਮਾਤਾ ਦੀ ਗਰਭ ਦੀ ਅਗਨ ਤੋਂ ਬਚਾਇਆ, ਉੱਥੇ ਸਾਨੂੰ ਭੋਜਨ ਦੇ ਕੇ ਜੀਵਤ ਰੱਖਿਆ। ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋਂ ਵਿਸਾਰੀਐ। ਮਨੋਂ ਕਿਉਂ ਵਿਸਾਰੀਐ ਇਹ ਵਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਅੱਗੇ ਹੁਣ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਅੰਤ ਨਾ ਵੇਖਣ ਸੁਣਨ ਨਾ ਅੰਤ। ਉਹਦੀ ਬਣਾਈ ਹੋਈ ਰਚਨਾ ਦਾ ਜੀਵ ਅੰਤ ਪਾ ਸਕਦਾ। ਉਹਦਾ ਆ ਜਿਹੜਾ ਆਪਾਂ ਬਾਹਰ ਆਵਾਜ਼ਾਂ ਵੇਖ ਰਹੇ ਹਾਂ ਅੰਤ ਪਾ ਸਕਦਾ। ਮਹਾਰਾਜ ਕਹਿੰਦੇ ਇਹ ਤਾਂ ਕੁਝ ਵੀ ਨਹੀਂ ਹੈ। ਇੱਕ ਦ੍ਰਿਸ਼ਟਮਾਨ ਖੇਡ ਹੈ, ਇੱਕ ਅਦ੍ਰਿਸ਼ਟ ਹੈ ਜਿਹੜਾ ਸਾਨੂੰ ਇਹਨਾਂ ਨੇਤਰਾਂ ਨਾਲ ਨਹੀਂ ਦੀਂਦਾ। ਉਹ ਤਾਂ ਆਪਾਂ ਬੜਾ ਸੌਖਾ ਕਰਕੇ ਸਮਝ ਸਕਦੇ ਹਾਂ। ਆ ਵੇਖੋ ਕਰੋਨੇ ਦੀ ਬਿਮਾਰੀ ਚੱਲੀ ਆ, ਇਹ ਨਹੀਂ ਦੀਂਦਾ, ਸਾਰੀ ਦੁਨੀਆ ਨੂੰ ਵਕਤ ਪਿਆ। ਸਾਡੇ ਸਾਹ ਦੇ ਨਾਲ ਕਿੰਨੇ ਕੁ ਜੀਵ ਅੰਦਰ ਜਾਂਦੇ ਆ, ਸਾਨੂੰ ਦਿਖਾਈ ਨਹੀਂ ਦੇ ਰਹੇ। ਅਸੀਂ ਆ ਭੋਜਨ ਖਾਂਦੇ ਹਾਂ ਦਹੀਂ ਵਗੈਰਾ, ਇਹਦੇ ਚ ਕਿੰਨੇ ਕੁ ਸੂਖਮ ਜੀਵ ਨੇ ਸਾਡੇ ਅੰਦਰ ਜਾ ਰਹੇ ਆ, ਸਾਨੂੰ ਦਿਖਾਈ ਨਹੀਂ ਦੇ ਰਹੇ। ਪਰ ਮਾਲਕ ਦੀ ਕੁਦਰਤ ਵੇਖੋ, ਕਰਤੱਵ ਵੇਖੋ। ਸਵਾਸ ਦੁਆਰਾ ਜੀਵ ਅੰਦਰ ਜਾਂਦੇ ਨੇ, ਸੂਖਮ ਅੰਦਰ ਜਾਣ ਸਾਰ ਖਤਮ ਹੋ ਜਾਂਦੇ ਆ। ਜੇ ਉਹ ਜਿਉਂਦੇ ਸਾਡੀ ਰਸਨਾ ਤੇ ਜਾ ਵੜਨ ਤਾਂ ਸਾਤੋਂ ਸਾਹ ਲੈਣਾ ਤੇ ਆ ਦਹੀਂ ਵਗੈਰਾ ਖਾਣਾ ਵੀ ਸਾਤੋਂ ਮੁਸ਼ਕਲ ਹੋ ਜੇ। ਕਿੱਡਾ ਵੱਡਾ ਕਰਤੱਵ ਆ ਪਰਮਾਤਮਾ ਦਾ। ਇਦੋਂ ਇਲਾਵਾ ਜਦੋਂ ਇਹ ਤਾਂ ਇਹਨਾਂ ਨੂੰ ਤਾਂ ਵਿਗਿਆਨੀਆਂ ਨੇ ਵੇਖ ਲਿਆ, ਆਪਦੇ ਯਤਨਾਂ ਦੇ ਨਾਲ ਦਹੀਂ ਵਾਲੇ ਵੀ ਵੇਖ ਲਏ ਤੇ ਹੋਰ ਵੀ ਵੇਖ ਲਏ ਸੂਖਮ ਕੁਝ ਕੁ ਐਸੇ ਨੇ ਜਿਹੜੇ ਵਿਗਿਆਨ ਤੋਂ ਵੀ ਪਰੇ ਨੇ। ਉਹ ਹੈ ਅਗੰਮ ਦੀ ਖੇਡ। ਜਦੋਂ ਇਨਸਾਨ ਪ੍ਰਮਾਤਮਾ ਦੀ ਬੰਦਗੀ ਕਰਕੇ ਅਗੰਮ ਦੇ ਅੰਦਰ ਪ੍ਰਵੇਸ਼ ਕਰ ਜਾਂਦਾ, ਤਿੱਥੇ ਲੋ ਆਕਾਰ ਪਾਤਾਲਾਂ ਪਾਤਾਲ, ਜਿਸ ਤਰ੍ਹਾਂ ਆਪਾਂ ਵਿਚਾਰ ਕੀਤੀ ਆ, ਜਿਹੜੇ ਅਗੰਮ ਦੀ ਸ਼ਕਤੀ ਦੇ ਨਾਲ ਸਾਡੇ ਮਨ ਦੀਆਂ ਅੱਖਾਂ ਦੁਆਰਾ ਸਰੀਰ ਤੋਂ ਪਰੇ ਹੋਣ ਤੋਂ ਬਾਅਦ ਸਾਡਾ ਜਦੋਂ ਮਨ ਦੀਆਂ ਗਿਆਨ ਤੇ ਕਰਮ ਇੰਦਰੀਆਂ ਕੰਮ ਕਰਨਾ ਸ਼ੁਰੂ ਕਰਦੀਆਂ, ਉਹ ਤਾਂ ਮਾਲਕ ਦਾ ਖੇਡ ਹੀ ਵੱਖਰਾ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਿਤ ਪਾਲੇ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਹ ਮੈਂ ਸੁਣਨ ਦੀ ਗੱਲ। ਹੁਣ ਆਪਾਂ ਵਿਗਿਆਨ ਨਾਲ ਮੋਬਾਈਲ ਫੋਨ ਚੱਲ ਪਏ, ਇੱਥੋਂ ਬੋਲਦੇ ਆ, ਜਿੱਥੇ ਮਰਜ਼ੀ ਗੱਲ ਕਰ ਲਓ, ਆਵਾਜ਼ ਵੀ ਜਾ ਰਹੀ ਆ ਤੇ ਸਾਡੀਆਂ ਤਸਵੀਰਾਂ ਵੀ ਜਾ ਰਹੀਆਂ। ਇਹ ਵਿਗਿਆਨ ਨੇ ਆਪਾਂ ਨੂੰ ਸਿੱਧ ਕਰਕੇ ਦਿਖਾਤਾ ਕਿ ਆ ਖਾਲੀ ਖਲਾ ਦੇ ਅੰਦਰ ਤੁਹਾਡੀ ਆਵਾਜ਼ ਵੀ ਜਾ ਵੜਦੀ ਆ, ਲਹਿਰਾਂ 'ਚ ਮਿਲ ਕੇ ਤੁਹਾਡੀਆਂ ਤਸਵੀਰਾਂ ਵੀ ਜਾ ਵੜਦੀਆਂ। ਪਰ ਕਦੋਂ ਦਿਖਾਈ ਦਿੰਦੀਆਂ? ਜਦੋਂ ਕਨੈਕਸ਼ਨ ਇੱਕ ਦੂਸਰੇ ਦੇ ਨਾਲ ਜੁੜਦਾ। ਉਹ ਨਹੀਂ ਆ ਖਾਲੀ ਖਲਾ 'ਚ ਕੁਝ ਦੀਂਦਾ, ਨਾ ਆਵਾਜ਼ ਜਾਂਦੀ ਦੀਂਦੀ ਤੇ ਨਾ ਫੋਟੋਆਂ ਦੀਂਦੀਆਂ। ਤੇ ਆ ਦੂਰਦਰਸ਼ਨ ਦਾ ਚੱਲਦਾ ਕੰਮ ਤੇ ਸਾਰਾ ਕੁਝ ਚੱਲ ਰਿਹਾ, ਪਰ ਦਿਖਾਈ ਕਦੋਂ ਦਿੰਦਾ? ਜਦੋਂ ਕਨੈਕਸ਼ਨ ਸਾਡਾ ਜੁੜ ਜਾਂਦਾ। ਇਸੇ ਤਰ੍ਹਾਂ ਆ ਜਿਹੜਾ ਬ੍ਰਹਮ ਦੇ ਅੰਦਰ ਪਰਮਾਤਮਾ ਦਾ ਸੂਖਮ ਖੇਡ ਚੱਲ ਰਿਹਾ, ਜਦੋਂ ਸਾਡਾ ਮਨ ਦਾ ਕਨੈਕਸ਼ਨ ਉਸ ਅਕਾਲ ਪੁਰਖ ਪਰਮਾਤਮਾ ਨਾਲ ਜੁੜ ਜਾਂਦਾ, ਇੱਥੇ ਫਿਰ ਇੱਕ ਆਵਾਜ਼ ਵੀ ਚੱਲ ਰਹੀ ਆ, ਜਿਹਨੂੰ ਗੁਰਬਾਣੀ ਦੇ ਅੰਦਰ ਨਾਦ ਦਾ ਨਾਮ ਦਿੱਤਾ ਗਿਆ, ਅਨਹਦ ਬਾਣੀ ਦਾ ਨਾਮ ਦਿੱਤਾ ਗਿਆ। ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ, ਸਹਿਜ ਧੁਨ ਦਾ ਨਾਮ ਦਿੱਤਾ ਗਿਆ, 5 ਸ਼ਬਦਾਂ ਦਾ ਨਾਮ ਦਿੱਤਾ ਗਿਆ। ਉਹ ਫਿਰ ਸਾਨੂੰ ਇਹ ਸਾਡੇ ਸਰੀਰ ਤੋਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਸਾਡੀ ਸੁਰਤ ਉੱਪਰ ਉੱਠਦੀ ਹੈ। ਜਿੰਨਾ ਚਿਰ ਨਹੀਂ, ਉਨਾ ਚਿਰ ਨਹੀਂ ਪਤਾ ਲੱਗਦਾ।
क्योंकि आ खाली खला च हुण फोटो भी जा रही है, आवाज भी जा रही है, दिखाई कित्थे दिंदे आ जदों कनैक्शन जुड़ जांदा। इसे तरह जदों साडे मन दी लिव जुड़ जांदी आ, फिर बहुत सारियां अचरज आवाज़ां सानू इस शरीर तो सुननियां शुरू हो जांदियां, जिन्हों आपां रोज पढ़दे आ। सो दर तेरा केहा, सो कर केहा, जितबे सर्ब संभाले, बाजे तेरे नाद अनेक असंख्या, कीते तेरे बावन हारे। फिर ओही आवाज साडी सुरत नूं चुक के अगम दे अंदर प्रवेश करदी है, जिथे फिर ओ मालिक दी अगमी खेड दिसनी शुरू हुंदी है। अंत ना देखण, सुनन ना अंत, अंत ना जापै, क्या मन मंत। कहंदे उस मालिक दी कोई इहो जिहा खेल नहीं है कि उहदे अंत नूं जाणिया जा सके। सिर्फ इक्को ही आ, उहदे जाप नूं जप के, उहदी वडियाई करके अपने मन नूं उहदे अंदर अभेद करना। क्योंकि उहदा सारियां ते हुक्म चलदा, किसी दी सलाह नहीं लैंदा। जियो पूछना मसलत धरै, जो कुछ करै सो आपै करै। अगे पातशाह समझा रहे हैं, अंत न जापै कीता आकार। उस मालिक दे आ पैदा कीते हुए आकारां दा अंत नहीं जाणिया जा सकदा। 84 ਲੱਖ जून का वेरवा दिता। विज्ञान वाले अजे विचारे 40 41 42 ਲੱਖ तक पहुंचे है। हले बहुत लंबा सफर है इन्हां वास्ते। अज की पहुंचे है, बहुत वड्डे खर्च कर रहे, अरबां खरबां डॉलर। वो सुनिया बई अजे वो पहुंचे ने 40 41 ਲੱਖ से, इन्नी क लभी गई है उन्हां तो। पातशाह ने बाणी दे अंदर 84 ਲੱਖ जून का आपां नूं गिनती दसी है। 1,84 जून सवाई, मानस को प्रभ जी वडियाई। इस पौड़ी ते जो नर चूकै, सो आए जाए दुख पाएंदा। मालिक ने किन्ने क अपने आकार धारण कीते आ। सतजुग तै माणियो छलियो बल बावन भायो, त्रेतै तै माणियो राम रघुवंश कहायो। द्वापर कृष्ण मरार कंस करतार्थ कियो, उग्र सैन को राज अभै भगतां जन दियो। कलयुग प्रमाण गुरु नानक अंगद अमर कहायो, श्री गुरु राज अचल अचल अटल आद पुरख फरमायो। पता नहीं मालिक ने किन्ने क आकार, इथों तक नर सिंह दा अवतार भी धारण किया, जिहड़ा रानी जनक होया कि धड़ बंदे दा ते सिर शेर दा। उस मालिक दा की अंत जानिया जा सकदा, जिन्हें साडे आ शरीर दी रचना रक्त बिंद, माता दे रक्त ते पिता दे बिंद द्वारा आ साडा शरीर किवें माता दे गर्भ च तैयार करता। किते आपां इन्हां गल्लां वल ध्यान नहीं दिंदे। पातशाह तां समझाउंदे ने, रमैया के गुण चेत प्राणी, कवन मूल ते कवन दृष्टानी। कहंदे किते बैठ के सोच ही लिया कर, तेरा मूल की है, जिथों तेरा शरीर परमात्मा ने पैदा करता, ते होर किन्ने क आकार पैदा कीते ने, ਉਹਦੇ बारे ਤਾਂ कोई जानकारी कोई नहीं। अंत न जापै कीता आकार, अंत न जापै पारावार। उस मालिक परमात्मा दे पारावार दा कोई अंत नहीं जानिया जा सकदा। ਇਹੋ अंत ना जाने कोई। कहंदे इस अंत नूं कौन जान सकदा। फिर ਉਹ ਕਹਿੰਦੇ जी करना की चाहिदा। पातशाह कहंदे बस एक काम करया करो, बहुता कहीए बहुता होए। उस मालिक नूं वड्डा वड्डा करके याद करया करो। जिन्ना प्यार च ਉਹਨੂੰ याद करोगे उन्ना ही उच्चा ਤੁਹਾਨੂੰ चुक दूगा। ਤੁਹਾਡੀ सुरत नूं उन्ना उच्चा चुक दूगा। नीचों ऊंच करे मेरा गोबिंद, काहू ते ना डरै। ਤੇ ਮਹਾਰਾਜ ਕਹਿੰਦੇ, ਉਹ ਕਹਿੰਦੇ ਜੀ ਪਰਮਾਤਮਾ ਕਿਹੋ ਜਿਹਾ। ਪਾਤਸ਼ਾਹ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ। ਕਹਿੰਦੇ ਬਸ ਉਹਨੂੰ ਵੱਡਾ ਹੀ ਕਹੋ। ਕਹਿੰਦੇ ਜੀ ਰਹਿੰਦਾ ਕਿੱਥੇ ਆ। ਕਹਿੰਦੇ ਕੋਈ ਟਿਕਾਣਾ ਹੀ ਨਹੀਂ ਹੈ ਜਿੱਥੇ ਉਹਦਾ ਵਾਸਾ ਨਹੀਂ। ਦਿਨ ਨਾਵੇ ਨਾ ਹੀ ਕੋ ਥਾਓ। ਉਹ ਕਹਿੰਦੇ ਜੀ ਫਿਰ ਜੇ ਇਨਸਾਨ ਨੇ ਉਹਨੂੰ ਮਿਲਣਾ ਹੋਵੇ ਤਾਂ ਫਿਰ ਕੀ ਕਰੇ।
ਇੱਥੇ ਹੁਣ ਪਾਤਸ਼ਾਹ ਆਪਾਂ ਨੂੰ ਬੜਾ ਖੋਲ ਕੇ ਸਮਝਾਉਂਦੇ ਆ। ਵੱਡਾ ਸਾਹਿਬ ਉੱਚਾ ਥਾਓ ਰਹਿੰਦਾ ਕਿੱਥੇ ਆ? ਇੱਕ ਤਾਂ ਸਾਡੇ ਸਰੀਰ ਦੇ ਅੰਦਰ ਦੱਸਿਆ, ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰੈ ਭਵਨ ਧਣੀ। ਸਾਡੇ ਸਰੀਰ ਦੇ ਅੰਦਰ ਤਾਂ ਮਸਤਕ ਦੇ ਮਗਰਲੇ ਪਾਸੇ ਦੱਸਿਆ ਜਿੱਥੇ ਉਹਦਾ ਮਹਿਲ ਆ, ਜਿੱਥੇ ਆ ਮੂਹਰੇ ਦੋ ਦੀਵੇ ਜਗ ਰਹੇ ਆ। ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਬ ਸਤ ਦੀਪ ਅਨੂਪ ਜੋਤਿਰ ਭਵਨ ਜੋਤਮ ਅਪਾਰ। ਆ ਸਾਡੇ ਨੇਤਰ, ਖੱਬੇ ਨੂੰ ਚੰਦ ਕਹਿੰਦੇ ਆ, ਸੱਜੇ ਨੂੰ ਸੂਰਜ ਕਹਿੰਦੇ ਆ। ਇਹ ਉਹਦੇ ਮਹਿਲ ਦੇ ਅੱਗੇ ਦੋ ਦੀਵੇ ਬਲ ਰਹੇ ਆ। ਦੂਸਰਾ, ਉਹਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਮਹਾਰਾਜ ਜੀ ਕਹਿੰਦੇ ਸਤ ਸੰਗਤ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿੱਥੇ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੁੰਦੀ ਆ, ਚਾਰ ਸਰੀਰ ਬੈਠ ਕੇ, ਚਾਹੇ ਥੋੜੇ ਨੇ ਚਾਹੇ ਬਹੁਤੇ ਨੇ, ਉਹਦੀ ਸਿਫਤ ਸਲਾਹ ਕਰਦੇ ਆ, ਉਹਦੀ ਬੰਦਗੀ ਕਰਦੇ ਆ, ਉਹਦਾ ਨਾਮ ਜਪਦੇ ਆ, ਉੱਥੇ ਮਾਲਕ ਹਾਜ਼ਰ ਹੁੰਦਾ। ਕਿਉਂਕਿ ਉੱਥੇ ਸਿਫਤ ਸਲਾਹ ਕਰਦਿਆਂ ਸਾਡੀ ਸੁਰਤ ਆ ਗਿਆਨ ਤੇ ਕਰਮ ਇੰਦਰੀਆਂ ਤੋਂ ਉੱਪਰ ਉੱਠ ਖੜਦੀ ਆ। ਨੌਆਂ ਦੁਆਰਾਂ ਤੋਂ ਉੱਪਰ ਉੱਠ ਖੜੇ ਤਾਂ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ। ਜਿੰਨਾ ਚਿਰ ਸਾਡੀ 9 ਦੁਆਰਿਆਂ 'ਚ ਸੁਰਤ ਆ, ਉਨਾ ਚਿਰ ਨਹੀਂ ਹੋਣਗੇ, ਕਿਉਂਕਿ ਅਗੋਚਰ ਕਹਿਤਾ ਪ੍ਰਮਾਤਮਾ ਨੂੰ। ਜਿੰਨਾ ਚਿਰ ਗਿਆਨ ਤੇ ਕਰਮ ਇੰਦਰੀਆਂ ਤੋਂ ਉੱਪਰ ਨਹੀਂ ਉੱਠਦੇ, ਉਨਾ ਚਿਰ ਉਹਦਾ ਮਿਲਾਪ ਨਹੀਂ ਹੁੰਦਾ। ਤੇ ਸੂਝੀ ਲੈਣ ਵਾਸਤੇ ਮਹਾਰਾਜ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ, ਤੇ ਜਿੱਥੇ ਉਹਦੀ ਵਡਿਆਈ ਹੁੰਦੀ ਆ ਉੱਥੇ ਬੈਠਾ। ਇੱਥੋਂ ਸੂਝੀ ਆਉਂਦੀ ਆ। ਕਿਤੇ ਸੁਣਦਿਆਂ ਸਾਡੀ ਲਿਵ ਲੱਗੀ, ਦੂਰ ਤਾਂ ਹੈ ਨੀ ਗਾ, ਜਿੱਥੇ ਮਰਜ਼ੀ ਸਾਡੇ ਤੇ ਕਿਰਪਾ ਹੋ ਸਕਦੀ ਹੈ। ਫਿਰ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਪ੍ਰਮਾਤਮਾ ਤੋਂ ਉੱਚਾ ਵੀ ਕੋਈ ਹੈ? ਪ੍ਰਸ਼ਨ ਆ ਨਾ ਵੀ ਪ੍ਰਮਾਤਮਾ ਤੋਂ ਉੱਚਾ ਵੀ ਹੈ ਕੋਈ? ਪਾਤਸ਼ਾਹ ਕਹਿੰਦੇ ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਉਸ ਪ੍ਰਮਾਤਮਾ ਦਾ ਜਿਹੜਾ ਨਾਮ ਆ ਉਹ ਉਦੋਂ ਵੀ ਉੱਚਾ। ਕਹਿੰਦੇ ਫਿਰ ਕਿਵੇਂ ਉਹਦੇ ਇਸ ਭੇਦ ਨੂੰ ਜਾਣਿਆ ਜਾਵੇ? ਕਹਿੰਦੇ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਇਹ ਉਸ ਮਾਲਕ ਦੇ ਖੇਡ ਨੂੰ ਜਦੋਂ ਆਪਾਂ ਵੇਖ ਲਾਂਗੇ ਇਹਨਾਂ ਨੇਤਰਾਂ ਦੇ ਨਾਲ, ਫੇਰ ਜਾਣਿਆ ਜਾਵੇਗਾ ਕਿ ਕਿੱਡਾ ਕੁ ਵੱਡਾ ਪ੍ਰਮਾਤਮਾ। ਉੱਥੇ ਜਾ ਕੇ ਫਿਰ ਪਾਤਸ਼ਾਹ ਨੇ ਗੁਰਬਾਣੀ ਸਮਝਾਇਆ ਕਿ ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਤੇ ਰਹਿ ਰਸ ਦੇ ਪਾਠ 'ਚ ਆਪਾਂ ਰੋਜ਼ ਪੜ੍ਹਦੇ ਹਾਂ ਕਿ ਸੁਣ ਵੱਡਾ ਆਖੇ ਸਭ ਕੋਏ, ਕੇ ਵੱਡਾ ਡੀਠਾ ਹੋਏ। ਵੱਡਾ ਤਾਂ ਸਾਰੇ ਹੀ ਕਹਿੰਦੇ ਆ, ਪਰ ਕਿੱਡਾ ਕੁ ਵੱਡਾ ਜਦੋਂ ਮਹਾਰਾਜ ਕਹਿੰਦੇ ਤੁਹਾਡੇ ਤੇ ਕਿਰਪਾ ਕਰਤੀ, ਵੇਖ ਲਓਗੇ ਉਦੋਂ ਪਤਾ ਲੱਗੂ। ਜੇ ਵਡ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ। ਉਹ ਕਿੱਡਾ ਕੁ ਵੱਡਾ, ਕਹਿੰਦੇ ਉਹ ਆਪ ਹੀ ਜਾਣਦਾ। ਤੇ ਮਹਾਰਾਜ ਕਹਿੰਦੇ ਨਾਨਕ ਨਦਰੀ ਕਰਮੀ ਦਾਤ। ਜਿਨ੍ਹਾਂ ਤੇ ਮਾਲਕ ਦੀ ਨਜ਼ਰ ਹੁੰਦੀ ਆ, ਬਖਸ਼ਿਸ਼ ਹੁੰਦੀ ਆ, ਉਹਨਾਂ ਨੂੰ ਫਿਰ ਨਾਮ ਰੂਪੀ ਦਾਤ ਵੀ ਬਖਸ਼ਿਸ਼ ਕਰ ਦਿੰਦਾ। ਜਿਨ੍ਹਾਂ ਨੂੰ ਇਹ ਮਿਲ ਜਾਂਦੀ ਆ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡਾ ਭਾਗੀ ਹੋਏ। ਇਸ ਕਰਕੇ ਆਪਾਂ ਵੀ ਅਰਦਾਸ ਕਰਨੀ ਹੁੰਦੀ ਆ, ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਆਓ ਫਿਰ ਆਪਾਂ ਹੁਣ ਗੁਰਮੰਤਰ ਦਾ ਅਭਿਆਸ ਕਰ ਲਈਏ, ਮਾਲਕ ਦੀ ਸਿਫਤ ਸਲਾਹ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ